ਸਰ ਇਹ 12ਵਾਂ ਐਡੀਸ਼ਨ ਹੋਣ ਜਾ ਰਿਹਾ ਹੈ। 12ਵੀਂ ਐਗਜ਼ੀਬਿਸ਼ਨ ਲੱਗ ਰਹੀ ਹੈ ਲੁਧਿਆਣਾ ਦੇ ਵਿੱਚ। ਕਦੋਂ ਤੋਂ ਕਦੋਂ ਤੱਕ ਰਹੇਗੀ ਸਰ? ਸਰ 1 ਤੋਂ 3 ਅਕਤੂਬਰ ਤੱਕ ਲੱਗ ਰਹੀ ਹੈ ਐਗਜ਼ੀਬਿਸ਼ਨ। ਕਾਫੀ ਸਾਰੇ ਬ੍ਰਾਂਡ ਕੰਪਨੀਆਂ, ਇੰਡੀਅਨ ਕੰਪਨੀਆਂ ਜਿਨ੍ਹਾਂ ਨੇ ਇੰਪੋਰਟ ਕੀਤੇ ਇੰਟਰਨੈਸ਼ਨਲ ਬ੍ਰਾਂਡ, ਉਹ ਵੀ ਕਾਫੀ ਕੰਪਨੀਆਂ ਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ। ਐਗਜ਼ੀਬਿਸ਼ਨ ਲਗਾ ਰਹੇ ਆ, ਇਹਦੇ ਵਿੱਚ ਮੇਜਰ ਅਸੀਂ ਫੋਕਸ ਉਹਨਾਂ ਬੰਦਿਆਂ ਦੇ ਉੱਪਰ ਹੀ ਕਰ ਰਹੇ ਹਾਂ ਜਿਹੜੇ ਇਨੋਵੇਟਿਵ ਪ੍ਰੋਡਕਟ ਬਣਾ ਰਹੇ ਆ। ਉਹਨਾਂ ਕੰਪਨੀਆਂ ਦੀ ਪਾਰਟਿਸਿਪੇਸ਼ਨ ਇਸ ਐਗਜ਼ੀਬਿਸ਼ਨ 'ਚ ਜ਼ਿਆਦਾ ਹੋਊਗੀ। ਕਿੰਨੀਆਂ ਕਿ ਕੰਪਨੀਆਂ ਸਰ ਇਸ ਵਾਰੀ ਪਾਰਟਿਸਿਪੇਟ ਕਰ ਰਹੀਆਂ? ਸਰ ਇਸ ਵਾਰੀ ਅਰਾਊਂਡ 80 ਕੰਪਨੀਆਂ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ। ਕਿਉਂਕਿ ਸਰ ਬਿਲਕੁਲ ਕੋਵਿਡ ਕਰਕੇ ਲੋਕਾਂ ਦੇ ਮਨ 'ਚ ਇੱਕ ਡਰ ਜ਼ਰੂਰ ਬਣਿਆ ਸੀਗਾ, ਲੇਕਿਨ ਉਹ ਡਰ ਹੁਣ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ ਹੈ। ਕਿਉਂਕਿ ਕੋਵਿਡ ਦੇ ਜਿਹੜੀਆਂ ਜਿਸ ਹਿਸਾਬ ਨਾਲ ਵੈਕਸੀਨੇਸ਼ਨ ਆਪਣੇ ਦੇਸ਼ 'ਚ ਹੋ ਰਹੀ ਹੈ, ਉਹ ਵੈਕਸੀਨੇਸ਼ਨ ਕਰਕੇ ਲੋਕਾਂ ਦੇ ਮਨ 'ਚ ਕੋਵਿਡ ਦਾ ਡਰ ਕਿਤੇ ਨਾ ਕਿਤੇ ਹੁਣ ਖਤਮ ਹੁੰਦਾ ਜਾ ਰਿਹਾ। ਐਗਜ਼ੀਬਿਸ਼ਨਸ ਪੂਰੇ ਹੁਣ ਤਾਂ ਜ਼ਬਰਦਸਤ ਤਰੀਕੇ ਨਾਲ ਲੱਗਣੀਆਂ ਸ਼ੁਰੂ ਹੋ ਗਈਆਂ। ਔਰ ਸਾਡੀ ਜਿਹੜੀ 12ਵਾਂ ਐਡੀਸ਼ਨ ਇਹਦੇ ਵਿੱਚ ਸਭ ਤੋਂ ਜਿਹੜੀ ਖਾਸ ਚੀਜ਼ ਹੈਗੀ ਹੈ ਉਹ ਇਹ ਹੈ ਕਿ ਇਸ ਵਾਰੀ ਜਿਹੜੇ ਬਾਹਰੋਂ ਡੀਲਰਸ, ਡਿਸਟ੍ਰੀਬਿਊਟਰਸ ਜਿਹੜੇ ਸਾਡੀ ਐਗਜ਼ੀਬਿਸ਼ਨ 'ਚ ਆਉਂਦੇ ਸੀਗੇ, ਉਹਨਾਂ ਦਾ ਬਹੁਤ ਵਧੀਆ ਰਿਸਪੌਂਸ ਹੈ। ਸਰ ਪੂਰੇ ਆਲ ਓਵਰ ਇੰਡੀਆ ਤੋਂ ਡੀਲਰਸ ਆ ਰਹੇ ਆ। ਮੇਜਰ ਵੈਸੇ ਜੇ ਸਟੇਟ ਦਾ ਮੈਂ ਗੱਲ ਕਰਾਂ ਤੇ ਸਾਊਥ ਤੋਂ ਵਿੱਚੋਂ ਕਾਫੀ ਡੀਲਰ ਆ ਰਿਹਾ ਹੈ, ਕਿਉਂਕਿ ਸਾਊਥ ਸਾਡੀ ਇੰਡਸਟਰੀ ਲਈ ਬੜਾ ਮਤਲਬ ਵਧੀਆ ਮਾਰਕੀਟ ਗਿਣੀ ਜਾਂਦੀ ਹੈ। ਉਸ ਤੋਂ ਬਾਅਦ ਮਹਾਰਾਸ਼ਟਰ 'ਚੋਂ ਕਾਫੀ ਆ ਰਿਹਾ ਹੈ, ਗੁਜਰਾਤ 'ਚੋਂ, ਰਾਜਸਥਾਨ ਤੋਂ, ਯੂਪੀ, ਬਿਹਾਰ, ਤਕਰੀਬਨ ਇੰਡੀਆ ਦੀ ਹਰ ਸਟੇਟ ਦੇ ਵਿੱਚੋਂ ਡੀਲਰ ਜਿਹੜੇ ਹੈਗੇ ਨੇ ਉਹ ਆ ਰਹੇ ਆ। ਸਰ ਪੰਡਾਲ ਜਿਹੜਾ ਬਣ ਰਿਹਾ ਤਕਰੀਬਨ 1 ਲੱਖ ਸਕੁਅਰ ਫੁੱਟ ਦੇ ਵਿੱਚ ਇਹ ਸਾਰਾ ਏਰੀਆ ਕਵਰ ਕਰ ਰਹੇ ਹਾਂ ਅਸੀਂ, ਜਿਹੜਾ ਇਹਦੇ ਵਿੱਚ ਲੱਗ ਰਿਹਾ। ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਵੱਧ ਚੜ੍ਹ ਕੇ ਇਸ ਐਗਜ਼ੀਬਿਸ਼ਨ ਦੇ ਵਿੱਚ ਹਿੱਸਾ ਲਓ। ਔਰ ਜਿੰਨੇ ਵੀ ਬਾਹਰੋਂ ਡੀਲਰਸ ਆ ਰਹੇ ਨੇ, ਉਹ ਕਿਤੇ ਨਾ ਕਿਤੇ ਡੀਲਰ ਜਿਹੜਾ ਆ ਰਿਹਾ ਉਹ ਇੰਡਸਟਰੀ ਦੇ ਵਾਧੇ ਲਈ ਹੀ ਆ ਰਿਹਾ। जनहितैषी टीआरपी नहीं खरीदते, भरोसा जीतते हैं हम। जनहितैषी देख रहे दर्शकों का स्वागत है जन जन की बात जनहितैषी के साथ। दोस्तों मैं संदीप शर्मा एक बार फिर तुहाडे नाल रूबरू हो रहे हैं तो अज असीं खड़े हैं लुधियाना दे कुड़ियां दे गौरमेंट कॉलेज के ग्राउंड 'ਚ। ਤੇ ਤੁਸੀਂ ਦੇਖ ਰਹੇ ਹੋ ਤਸਵੀਰਾਂ, ਇਸ ਟਾਈਮ ਇੱਥੇ ਕੰਮਕਾਜ ਚੱਲ ਰਿਹਾ ਕੁੜੀਆਂ ਦੇ ਗੌਰਮੈਂਟ ਕਾਲਜ ਦੇ ਵਿੱਚ। ਸੋ ਕਿਉਂਕਿ ਕੋਵਿਡ ਜਿੱਦਾਂ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ, ਜਾਂ ਉਸसे ਅਸੀਂ ਕਹਿ ਲਓ ਥੋੜਾ ਵੈਕਸੀਨੇਸ਼ਨ ਲੱਗਣ ਕਰਕੇ ਅਸੀਂ ਕਿਸੇ ਨਾ ਕਿਸੇ ਤਰੀਕੇ ਆਪਣੇ ਆਪ ਨੂੰ ਸੇਫ ਸਮਝਣ ਲੱਗ ਪਏ ਹਾਂ। ਲਾਈਫ ਦੁਬਾਰਾ ਇੱਕ ਨਾਰਮਲ ਮੋਡ 'ਚ ਆ ਰਹੀ ਹੈ। ਸੋ ਇਸ ਸਾਰੇ ਮਾਮਲੇ ਦੇ ਵਿੱਚ ਜਿਹੜਾ ਹਰ ਤਰ੍ਹਾਂ ਦਾ ਕਾਰੋਬਾਰ ਵੀ ਦੁਬਾਰਾ ਚੱਲਣਾ ਸ਼ੁਰੂ ਹੋ ਗਿਆ। ਸੋ ਅੱਜ ਇੱਥੇ ਪਹੁੰਚਣ ਦਾ ਮੇਨ ਰੀਜ਼ਨ ਹੈ ਕਿ ਇਹ ਐਗਜ਼ੀਬਿਸ਼ਨ ਦੀ ਤਿਆਰੀ ਹੋ ਰਹੀ ਹੈ। ਜੀ ਹਾਂ, ਇੱਕ ਵਾਰੀ ਫਿਰ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਦੇ ਵਿੱਚ ਜਿਹੜੀ C4 ਜਿਹੜੀ ਕਿ ਇੰਟਰਨੈਸ਼ਨਲ ਐਗਜ਼ੀਬਿਸ਼ਨ ਸਾਈਕਲ ਇੰਡਸਟਰੀ ਤੇ ਸਾਈਕਲ ਐਂਡ ਫਿਟਨੈਸ ਇੰਡਸਟਰੀ ਤੇ ਲੱਗਦੀ ਸੀਗੀ, ਉਹ ਐਗਜ਼ੀਬਿਸ਼ਨ ਜਿਹੜੀ ਹੈਗੀ ਹੈ ਉਹ ਫੇਰ ਲੱਗਣ ਜਾ ਰਹੀ ਹੈ। 1 ਤਰੀਕ ਤੋਂ ਲੱਗੇਗੀ ਇੱਥੇ ਇਹ ਐਗਜ਼ੀਬਿਸ਼ਨ। ਸੋ ਇੱਕ ਵਾਰੀ ਗੱਲਬਾਤ ਕਰਦੇ ਹਾਂ ਇੱਥੇ ਦੇ ਜਿਹੜੇ ਇਹਦੇ ਪ੍ਰਮੋਟਰ ਹੈਗੇ ਆ, ਇਸ ਐਗਜ਼ੀਬਿਸ਼ਨ ਦੇ ਆਰਗੇਨਾਈਜ਼ਰ ਹੈਗੇ ਆ। ਸੋ ਗੱਲਬਾਤ ਕਰਦੇ ਹਾਂ ਬਰਾੜ ਸਾਹਿਬ ਨਾਲ, ਸੁਰਿੰਦਰ ਸਿੰਘ ਬਰਾੜ ਜੀ ਨਾਲ। ਸੋ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਸਰ ਇਹ ਕਿੰਨਵੀਂ ਐਗਜ਼ੀਬਿਸ਼ਨ ਹੈ ਇਸ ਵਾਰ? ਸਰ ਇਹ 12ਵਾਂ ਐਡੀਸ਼ਨ ਹੋਣ ਜਾ ਰਿਹਾ ਹੈ। 12ਵੀਂ ਐਗਜ਼ੀਬਿਸ਼ਨ ਲੱਗ ਰਹੀ ਹੈ ਲੁਧਿਆਣਾ ਦੇ ਵਿੱਚ। 12ਵੀਂ ਐਗਜ਼ੀਬਿਸ਼ਨ? ਹਾਂਜੀ ਹਾਂਜੀ। ਤੇ ਕਦੋਂ ਤੋਂ ਕਦੋਂ ਤੱਕ ਰਹੇਗੀ ਸਰ? ਸਰ 1 ਤੋਂ 3 ਅਕਤੂਬਰ ਤੱਕ ਲੱਗ ਰਹੀ ਹੈ ਐਗਜ਼ੀਬਿਸ਼ਨ। ਅੱਛਾ ਜੀ। ਸੋ ਇਸ ਵਾਰ ਵੀ ਜਿਵੇਂ ਤੁਹਾਡੀ ਐਗਜ਼ੀਬਿਸ਼ਨ ਇੰਟਰਨੈਸ਼ਨਲ ਐਗਜ਼ੀਬਿਸ਼ਨ ਹੁੰਦੀ ਹੈ ਔਰ ਇਹਦੇ ਵਿੱਚ ਇੰਟਰਨੈਸ਼ਨਲ ਪਾਰਟਿਸਿਪੇਟ ਹੁੰਦੇ ਹੈ, ਆਉਂਦੇ ਸੀਗੇ, ਪਰ ਇਸ ਵਾਰੀ ਕੋਵਿਡ ਦਾ ਹੈਗਾ, ਤਾਂ ਕੋਵਿਡ ਦੇ ਵਿੱਚ ਵੀ ਇੰਟਰਨੈਸ਼ਨਲ ਪਾਰਟਿਸਿਪੇਸ਼ਨ ਦੇਖਣ ਨੂੰ ਮਿਲੇਗੀ ਜਾਂ ਨਹੀਂ? ਸਰ ਜਿੱਦਾਂ ਤੁਹਾਨੂੰ ਪਤਾ ਹੀ ਕੋਵਿਡ ਕਰਕੇ ਬਾਹਰੋਂ ਜਿਹੜੇ ਲੋਕ ਆਨੇ ਉਹਨਾਂ ਨੂੰ ਆ ਨਹੀਂ ਪਾ ਰਹੇ ਲੋਕ ਇੱਥੇ, ਪਰ ਫਿਰ ਵੀ ਸਾਡੇ ਕੋਲ ਇੰਟਰਨੈਸ਼ਨਲ ਜਿਹੜੀ ਪਾਰਟਿਸਪੈਂਟ ਹੈ ਉਹ ਆ ਰਹੇ ਨੇ। ਉਹ ਥਰੂ ਜਿਹੜੇ ਉਹਨਾਂ ਦੇ ਇੰਡੀਅਨ ਰਿਪਰੈਜ਼ੈਂਟੇਟਿਵ ਹੈਗੇ ਨੇ ਉਹਨਾਂ ਦੇ ਥਰੂ ਕਰ ਰਹੇ ਨੇ ਪਾਰਟਿਸਿਪੇਟ। ਉਹ ਡਾਇਰੈਕਟ ਕੰਪਨੀਜ਼ ਜਿਹੜੀਆਂ ਹੈਗੀਆਂ, ਜਿਹੜੀਆਂ ਤੁਸੀਂ ਕਹਿ ਸਕਦੇ ਹੋ ਜਿਹੜੀ ਆਪਣੀਆਂ ਲੋਕ ਆ ਨਹੀਂ ਪਾ ਰਹੇਗੇ ਉਹਦੇ ਚੱਕਰ ਕਰਕੇ, ਇੰਟਰਨੈਸ਼ਨਲ ਲੋਕ ਪਰਸਨਲ ਪ੍ਰੈਜ਼ੈਂਟ ਨਾ ਹੋ ਕੇ ਉਹ ਆਪਣੇ ਇੰਡੀਅਨ ਰਿਪਰੈਜ਼ੈਂਟੇਟਿਵਸ ਨੂੰ, ਇੰਡੀਅਨ ਜਿਹੜੇ ਹੈਗੇ ਆ ਉਹਨਾਂ ਦੇ ਟਾਈਪਸ ਹੈਗੇ ਆ ਜਾਂ ਜੋ EMPLOYEES ਹੈ ਉਹਨਾਂ ਨੂੰ ਭੇਜ ਰਹੇ ਆ। ਬਿਲਕੁਲ ਜੀ, ਜਿਹੜੇ ਇੰਡੀਅਨ ਉਹਨਾਂ ਦੇ EMPLOYEES ਆ। ਉਹਦਾ ਮਤਲਬ ਇਹ ਹੈ ਕਿ ਇਸ ਵਾਰ 12ਵਾਂ ਐਡੀਸ਼ਨ ਵੀ ਇੰਟਰਨੈਸ਼ਨਲ ਹੀ ਹੋਏਗਾ ਔਰ ਸਾਨੂੰ ਜਿਹੜਾ ਕਿ ਲੋਕਾਂ ਨੂੰ ਇੱਕ ਸ਼ੌਂਕ ਹੁੰਦਾ ਕਿ ਇੰਟਰਨੈਸ਼ਨਲ ਪ੍ਰੋਡਕਟਸ ਦਾ ਖੂਬ ਡਿਸਪਲੇ ਦੇਖਣ ਨੂੰ ਮਿਲੇ ਸਕੇ। ਬਿਲਕੁਲ ਸਰ, ਜਿੰਨੇ ਵੀ ਇੰਟਰਨੈਸ਼ਨਲ ਮੇਜਰ ਬ੍ਰਾਂਡਸ ਨੇ ਸਾਈਕਲ ਦੇ ਵਿੱਚ, ਉਹ ਕਾਫੀ ਬ੍ਰਾਂਡ ਜਿਹੜੇ ਹੈਗੇ ਨੇ ਇੱਥੇ ਪਾਰਟਿਸਿਪੇਟ ਕਰ ਰਹੇ ਨੇ ਇਹਦੇ ਵਿੱਚ। ਸਨ ਕ੍ਰੋਸ ਸਾਈਕਲ ਜਿੱਦਾਂ ਹੈਗਾ, ਉਹਨਾਂ ਕੋਲ ਬਹੁਤ ਸਾਰੇ ਇੰਟਰਨੈਸ਼ਨਲ ਬ੍ਰਾਂਡਸ ਹੈਗੇ ਨੇ, ਉਹ ਪਾਰਟਿਸਿਪੇਟ ਕਰ ਰਹੇ ਆ। ਉਹਦੇ ਤੋਂ ਇਲਾਵਾ ਲੌਂਗ ਸ਼ਾਈਨ ਇੰਡਸਟਰੀ ਵਾਲੇ ਹੈਗੇ ਨੇ ਬੰਬੇ ਦੇ ਵਿੱਚ, ਉਹਨਾਂ ਕੋਲ ਕਾਫੀ ਇੰਟਰਨੈਸ਼ਨਲ ਬ੍ਰਾਂਡ ਹੈ, ਉਹ ਪਾਰਟਿਸਿਪੇਟ ਕਰ ਰਹੇ ਆ। ਕਾਫੀ ਸਾਰੇ ਬ੍ਰਾਂਡ ਕੰਪਨੀਆਂ, ਇੰਡੀਅਨ ਕੰਪਨੀਆਂ ਜਿਨ੍ਹਾਂ ਨੇ ਇੰਪੋਰਟ ਕੀਤੇ ਇੰਟਰਨੈਸ਼ਨਲ ਬ੍ਰਾਂਡ, ਉਹ ਵੀ ਕਾਫੀ ਕੰਪਨੀਆਂ ਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ। ਸੋ ਬੇਸਿਕਲੀ ਜ਼ਿਆਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜ਼ਿਆਦਾ ਇਸ ਵਾਰੀ ਇਨੋਵੇਟਿਵ ਪ੍ਰੋਡਕਟਸ ਜਿਹੜੇ ਹੈਗੇ ਜਾਂ ਲੇਟੈਸਟ ਪ੍ਰੋਡਕਟਸ ਦੀ ਦੇਖਣ ਨੂੰ ਮਿਲੇਗੀ ਭਰਮਾਰ।
ਬਿਲਕੁਲ ਸਰ, ਜਿੱਦਾਂ ਤੁਸੀਂ ਸਮਝਦੇ ਹੋ ਕਿ ਕੋਵਿਡ ਦੇ ਵਿੱਚ ਇੱਕ ਵਾਰ ਸਾਈਕਲ ਇੰਡਸਟਰੀ ਬਹੁਤ ਤੇਜ਼ੀ ਆਈ ਸੀ। ਉਸ ਤੇਜ਼ੀ ਦੇ ਵਿੱਚ ਜਿਹੜਾ ਮੇਜਰ ਪ੍ਰੋਡਕਟ ਵਿਕਿਆ ਸੀਗਾ ਉਹ ਵਿਕਿਆ ਸੀਗਾ ਇਨੋਵੇਟਿਵ ਪ੍ਰੋਡਕਟ। ਜਿਹੜੇ ਲੋਕ ਵਧੀਆ ਪ੍ਰੋਡਕਟ ਬਣਾ ਰਹੇ ਸੀ ਉਹਨਾਂ ਪ੍ਰੋਡਕਟ ਨੂੰ ਮਾਰਕੀਟ ਨੇ ਬਹੁਤ ਹੁੰਗਾਰਾ ਦਿੱਤਾ ਸੀ। ਔਰ ਉਸੇ ਤਰੀਕੇ ਨਾਲ ਹੀ ਅਸੀਂ ਇਹ ਵਾਲੀ ਜਿਹੜੀ ਐਗਜ਼ੀਬਿਸ਼ਨ ਲਗਾ ਰਹੇ ਹਾਂ ਇਹਦੇ ਵਿੱਚ ਮੇਜਰ ਅਸੀਂ ਫੋਕਸ ਉਹਨਾਂ ਬੰਦਿਆਂ ਦੇ ਉੱਪਰ ਹੀ ਕਰ ਰਹੇ ਹਾਂ ਜਿਹੜੇ ਇਨੋਵੇਟਿਵ ਪ੍ਰੋਡਕਟ ਬਣਾ ਰਹੇ ਆ। ਉਹਨਾਂ ਕੰਪਨੀਆਂ ਦੀ ਪਾਰਟਿਸਿਪੇਸ਼ਨ ਇਸ ਐਗਜ਼ੀਬਿਸ਼ਨ 'ਚ ਜ਼ਿਆਦਾ ਹੋਊਗੀ। ਓਕੇ, ਸੋ ਤੁਸੀਂ ਕਹਿ ਰਹੇ ਹੋ ਕਿ ਕਿਤੇ ਨਾ ਕਿਤੇ ਯੰਗ ਐਂਡ ਇਨੋਵੇਟਿਵ ਪ੍ਰੋਡਕਟ ਮੈਨੂਫੈਕਚਰਰਸ ਦੀ ਜ਼ਿਆਦਾ ਪਾਰਟਿਸਿਪੇਸ਼ਨ ਰਹੇਗੀ। ਸੋ ਪਾਰਟਸ ਬਣਾਉਣ ਵਾਲੇ ਵੀ ਸਾਨੂੰ ਦਿਖਣਗੇ ਜਾਂ ਇਸ ਵਾਰੀ ਸਾਈਕਲ ਤੇ ਜਾਂ ਅਸੈਸਰੀਜ਼ ਵਾਲੇ ਦਿਖਣਗੇ? ਨਹੀਂ ਸਰ, ਇਸ ਵਿੱਚ ਪਾਰਟਸ ਵਾਲੇ ਵੀ ਕਾਫੀ ਕੰਪਨੀਆਂ ਪਾਰਟਿਸਿਪੇਟ ਕਰ ਰਹੀਆਂ। ਸਾਈਕਲ ਪਾਰਟਸ, ਟਾਇਰਸ ਕੰਪਨੀਆਂ ਕਾਫੀ ਕਿੰਨੀਆਂ ਕਿ ਕੰਪਨੀਆਂ ਸਰ ਇਸ ਵਾਰੀ ਪਾਰਟਿਸਿਪੇਟ ਕਰ ਰਹੀਆਂ? ਸਰ ਇਸ ਵਾਰੀ ਅਰਾਊਂਡ 80 ਕੰਪਨੀਆਂ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਕੋਵਿਡ ਕਰਕੇ ਐਗਜ਼ੀਬਿਸ਼ਨ ਦਾ ਭਾਵੇਂ 12ਵਾਂ ਐਡੀਸ਼ਨ ਹੋਣ ਜਾ ਰਿਹਾ ਪਰ ਫਿਰ ਵੀ ਕੋਵਿਡ ਕਰਕੇ ਪਿਛਲੇ 1.5 ਸਾਲ ਤੋਂ ਐਗਜ਼ੀਬਿਸ਼ਨਸ ਬਿਲਕੁਲ ਬੰਦ ਪਈਆਂ ਸੀ ਸਾਡੀ ਇੰਡਸਟਰੀ। ਔਰ ਇਹ ਇੰਡਸਟਰੀ ਦੁਬਾਰਾ ਜਿਹੜੀ ਇਹ ਸਟਾਰਟ ਹੋ ਰਹੀ ਹੈ, ਇਸ ਕਰਕੇ ਹੌਲੀ ਹੌਲੀ ਕੰਪਨੀਆਂ ਇਹਦੇ ਵਿੱਚ ਜਿਹੜੀ ਹੈਗੀਆਂ ਪਾਰਟਿਸਿਪੇਟ ਕਰ ਰਹੀਆਂ। ਦੇ ਵਿੱਚ ਅਸੀਂ ਪੁੱਛਣਾ ਚਾਹਾਂਗੇ ਜਿਹੜੀ ਦੂਜੀਆਂ ਕੰਪਨੀਆਂ ਹੋਰ ਕੰਪਨੀਆਂ ਹੈਗੀਆਂ ਉਹਨਾਂ ਦੇ ਵਿੱਚ ਪਾਰਟਿਸਿਪੇਸ਼ਨ ਨੂੰ ਲੈ ਕੇ ਕਿਸੇ ਤਰੀਕੇ ਦੀ ਕੋਈ ਕਨਫਿਊਜ਼ਨ ਜਾਂ ਕੋਈ ਡਰ ਹਜੇ ਕੋਈ ਦੇਖਣ ਨੂੰ ਮਿਲਦਾ? ਕਿਉਂਕਿ ਕੋਵਿਡ ਤੋਂ ਦੇ ਦੌਰਾਨ ਲਗਭਗ ਅਸੀਂ ਗੱਲ ਕਰੀਏ ਤੇ 1.5-2 ਸਾਲ ਕੋਈ ਐਗਜ਼ੀਬਿਸ਼ਨਸ ਨਹੀਂ ਲੱਗੀਆਂ। ਸਰ ਬਿਲਕੁਲ ਕੋਵਿਡ ਕਰਕੇ ਲੋਕਾਂ ਦੇ ਮਨ 'ਚ ਇੱਕ ਡਰ ਜ਼ਰੂਰ ਬਣਿਆ ਸੀਗਾ, ਲੇਕਿਨ ਉਹ ਡਰ ਹੁਣ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ ਹੈ ਕਿਉਂਕਿ ਕੋਵਿਡ ਦੇ ਜਿਹੜੀ ਜਿਸ ਹਿਸਾਬ ਨਾਲ ਵੈਕਸੀਨੇਸ਼ਨ ਆਪਣੇ ਦੇਸ਼ 'ਚ ਹੋ ਰਹੀ ਹੈ ਉਹ ਵੈਕਸੀਨੇਸ਼ਨ ਕਰਕੇ ਲੋਕਾਂ ਦੇ ਮਨ 'ਚ ਕੋਵਿਡ ਦਾ ਡਰ ਕਿਤੇ ਨਾ ਕਿਤੇ ਹੁਣ ਖਤਮ ਹੁੰਦਾ ਜਾ ਰਿਹਾ। ਐਗਜ਼ੀਬਿਸ਼ਨਸ ਪੂਰੇ ਹੁਣ ਤਾਂ ਜ਼ਬਰਦਸਤ ਤਰੀਕੇ ਨਾਲ ਲੱਗਣੀਆਂ ਸ਼ੁਰੂ ਹੋ ਗਈਆਂ। ਔਰ ਸਾਡੀ ਜਿਹੜੀ 12ਵਾਂ ਐਡੀਸ਼ਨ ਇਹਦੇ ਵਿੱਚ ਸਭ ਤੋਂ ਜਿਹੜੀ ਖਾਸ ਚੀਜ਼ ਹੈਗੀ ਉਹ ਇਹ ਹੈ ਕਿ ਇਸ ਵਾਰੀ ਜਿਹੜੇ ਬਾਹਰੋਂ ਡੀਲਰਸ ਡਿਸਟਰੀਬਿਊਟਰ ਜਿਹੜੇ ਸਾਡੀ ਐਗਜ਼ੀਬਿਸ਼ਨ 'ਚ ਆਉਂਦੇ ਸੀਗੇ ਉਹਨਾਂ ਦਾ ਬਹੁਤ ਵਧੀਆ ਰਿਸਪੌਂਸ ਹੈ। ਮਤਲਬ ਮੈਂ ਇਹ ਕਹਿ ਸਕਦਾ ਦਾਅਵੇ ਨਾਲ ਕਿ ਪਿਛਲੇ ਜਿੰਨੇ ਵੀ ਅਸੀਂ ਐਡੀਸ਼ਨ ਕੀਤੇ ਨੇ 11 ਐਡੀਸ਼ਨ ਉਹਨਾਂ ਸਾਰਿਆਂ ਨਾਲੋਂ ਜ਼ਿਆਦਾ ਡੀਲਰਸ ਇਸ ਵਾਰੀ ਸਾਡੀ ਐਗਜ਼ੀਬਿਸ਼ਨ ਵਿੱਚ ਵਿਜ਼ਿਟ ਕਰ ਰਹੇ ਆ। ਅੱਛਾ, ਮੇਜਰਲੀ ਜਿਹੜੇ ਡੀਲਰ ਤੁਸੀਂ ਦੱਸ ਰਹੇ ਹੋ ਇਹ ਕਿਹੜੀ ਸਟੇਟਸ ਤੋਂ ਜ਼ਿਆਦਾ ਆ ਰਹੇ? ਸਰ ਪੂਰੇ ਆਲ ਓਵਰ ਇੰਡੀਆ ਤੋਂ ਡੀਲਰਸ ਆ ਰਹੇ ਆ। ਮੇਜਰ ਵੈਸੇ ਜੇ ਸਟੇਟ ਦਾ ਮੈਂ ਗੱਲ ਕਰਾਂ ਤੇ ਸਾਊਥ ਦੇ ਵਿੱਚੋਂ ਕਾਫੀ ਡੀਲਰ ਆ ਰਹੇ ਆ ਕਿਉਂਕਿ ਸਾਊਥ ਸਾਡੀ ਇੰਡਸਟਰੀ ਲਈ ਬੜਾ ਮਤਲਬ ਵਧੀਆ ਮਾਰਕੀਟ ਗਿਣੀ ਜਾਂਦੀ ਹੈ। ਉਸ ਤੋਂ ਬਾਅਦ ਮਹਾਰਾਸ਼ਟਰ 'ਚੋਂ ਕਾਫੀ ਆ ਰਿਹਾ ਹੈ, ਗੁਜਰਾਤ 'ਚੋਂ, ਰਾਜਸਥਾਨ ਤੋਂ, ਯੂਪੀ, ਬਿਹਾਰ, ਮਤਲਬ ਤਕਰੀਬਨ ਇੰਡੀਆ ਦੀ ਹਰ ਸਟੇਟ ਦੇ ਵਿੱਚੋਂ ਡੀਲਰ ਜਿਹੜੇ ਹੈਗੇ ਨੇ ਉਹ ਆ ਰਹੇ ਆ। ਓਕੇ, ਸੋ ਇਹਦੇ ਨਾਲ ਕੀ ਨਵੀਆਂ ਚੀਜ਼ਾਂ ਕੀ ਕਰ ਰਹੇ ਹੋ ਤੁਸੀਂ ਐਗਜ਼ੀਬਿਸ਼ਨ 'ਚ? ਕੀ ਆਕਰਸ਼ਣ ਦਾ ਕੇਂਦਰ ਕੀ ਰਹੇਗਾ? ਜਿਵੇਂ ਕਿੰਨਾ ਵੱਡਾ ਸਟਾਲ ਹੋਏਗਾ ਇਸ ਵਾਰੀ ਜਾਂ ਕਿੰਨਾ ਵੱਡਾ ਪੂਰਾ ਜਿਵੇਂ ਇੱਕ ਪੰਡਾਲ ਕਿੰਨਾ ਵੱਡਾ ਹੋਏਗਾ, ਕਿੰਨੇ ਸਕੁਅਰ ਫੁੱਟ ਦਾ ਹੋਏਗਾ? ਸਰ ਪੰਡਾਲ ਜਿਹੜਾ ਬਣ ਰਿਹਾ ਤਕਰੀਬਨ 1 ਲੱਖ ਸਕੁਅਰ ਫੁੱਟ ਦੇ ਵਿੱਚ ਸਾਰਾ ਏਰੀਆ ਕਵਰ ਕਰ ਰਹੇ ਹਾਂ ਅਸੀਂ ਜਿਹੜਾ ਇਹਦੇ ਵਿੱਚ ਲੱਗ ਰਿਹਾ। ਔਰ ਜਿਹੜੇ ਖਿੱਚ ਦੇ ਕੇਂਦਰ ਉਹੀ ਜਿਹੜੇ ਤੁਹਾਨੂੰ ਦੱਸਿਆ ਵੀ ਕਿ ਜਿਹੜੇ ਆਕਰਸ਼ਿਤ ਸਾਈਕਲ ਨੇ, ਜਿਹੜੇ ਨਵੇਂ ਮਾਡਲ, ਜਿਹੜੇ ਲੋਕ ਮਹਿੰਗੇ ਤੋਂ ਮਹਿੰਗੇ ਸਾਈਕਲ ਵੀ ਇਹਦੇ ਵਿੱਚ ਆਉਣਗੇ। ਅਕਸਰ ਦੇਖਿਆ ਜਾਂਦਾ ਜਿਹੜਾ ਬਰਾੜ ਸਾਹਿਬ ਤੁਹਾਡੀ ਐਗਜ਼ੀਬਿਸ਼ਨ ਦੇ ਵਿੱਚ ਮੀਂਹ ਜ਼ਰੂਰ ਪੈਂਦਾ, ਸੋ ਕਹਿ ਲਓ ਤੁਹਾਡਾ ਤੇ ਮੀਂਹ ਦਾ ਇੰਦਰ ਦੇਵਤਾ ਦਾ ਕੋਈ ਖਾਸ ਕਨੈਕਸ਼ਨ ਹੈ। ਬਾਦਲ ਬਿਲਕੁਲ ਸਾਫ਼ ਹੁੰਦੇ ਤਾਂ ਵੀ ਮੀਂਹ ਪੈ ਜਾਂਦਾ। ਇਸ ਵਾਰ ਤਾਂ ਪਹਿਲਾਂ ਹੀ ਮੀਂਹ ਪੈ ਰਿਹਾ, ਫਿਰ ਉਹਦੇ ਲਈ ਕੀ ਪੁਖਤਾ ਇੰਤਜ਼ਾਮ ਕੀਤੇ ਗਏ? ਬਿਲਕੁਲ ਸਰ, ਮੀਂਹ ਲਈ ਤੇ ਪੂਰੇ ਇੰਤਜ਼ਾਮ ਕੀਤੇ ਗਏ ਇਸ ਵਾਰੀ ਵੀ। ਦੇਖੋ ਮੀਂਹ ਪੈਣਾ ਸਾਡੇ ਲਈ ਤਾਂ ਇੱਕ ਲੱਕੀ ਚੀਜ਼ ਹੈ, ਅਸੀਂ ਤਾਂ ਮੰਨਦੇ ਉਹਨੂੰ ਕਿਉਂਕਿ ਸਾਡੇ ਲਈ ਉਹ ਸ਼ੁਭ ਮੰਨਿਆ ਜਾਂਦਾ ਹੈ। ਸਾਡੇ ਈਵਨ ਜਿਹੜੇ ਚਾਈਨੀਜ਼ ਪਾਰਟਿਸਪੈਂਟ ਆਉਂਦੇ ਸੀਗੇ ਉਹ ਬਾਰਿਸ਼ ਨੂੰ ਦੇਖ ਕੇ ਉਹਨਾਂ ਨੂੰ ਹੁੰਦਾ ਸੀ ਕਿ ਨਹੀਂ ਜੀ ਵੀ ਬਾਰਿਸ਼ ਪੈ ਗਈ ਤਾਂ ਐਗਜ਼ੀਬਿਸ਼ਨ ਕਾਮਯਾਬ ਹੋ ਗਈ। ਤੇ ਸਾਡੇ ਲਈ ਅਸੀਂ ਪੂਰੇ ਇੰਤਜ਼ਾਮ ਕੀਤੇ ਬਾਰਿਸ਼ ਨੂੰ ਲੈ ਕੇ ਵੀ। ਹਾਲਾਂਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕੋਈ ਜ਼ਿਆਦਾ ਖਰਾਬ ਨਹੀਂ ਦੱਸ ਰਹੇਗੇ। ਵੈਸੇ ਤਾਂ ਇਹ ਵਾਲੇ ਜਿਹੜੇ ਦਿਨ ਚੱਲ ਰਹੇ ਇਹਨਾਂ ਦਿਨਾਂ 'ਚ ਅੱਗੇ ਕਦੀ ਬਾਰਿਸ਼ ਹੋਈ ਵੀ ਨਹੀਂ ਔਰ ਜਿਹੜੀ ਬਾਰਿਸ਼ ਪਿਛਲੇ 2 ਦਿਨ ਪਹਿਲਾਂ ਇੱਕ ਭਾਰੀ ਬਾਰਿਸ਼ ਹੋ ਚੁੱਕੀ ਹੈ ਤੇ ਉਮੀਦ ਕਰਦੇ ਹਾਂ ਕਿ ਅੱਗੇ ਬਾਰਿਸ਼ ਨੂੰ ਲੈ ਕੇ ਕੋਈ ਇੱਡੀ ਦਿੱਕਤ ਨਹੀਂ ਆਉਂਦੀ। ਪਰ ਫਿਰ ਵੀ ਸਾਡੇ ਵੱਲੋਂ ਅਸੀਂ ਬਾਰਿਸ਼ ਨੂੰ ਲੈ ਕੇ ਪੂਰੇ ਇੰਤਜ਼ਾਮ ਕੀਤੇ ਹੋਏ ਆ। ਠੀਕ ਹੈ ਜੀ। ਸੋ ਹੋਰ ਜਿਵੇਂ ਤੁਸੀਂ ਦੱਸਿਆ 1 ਤਰੀਕ ਤੋਂ ਲੈ ਕੇ 3 ਤਰੀਕ ਅੱਗੇ ਸ਼ਾਇਦ ਇਹ 4 ਦਿਨਾਂ ਦੀ ਹੁੰਦੀ ਐਗਜ਼ੀਬਿਸ਼ਨ ਜਾਂ 3 ਦਿਨ ਦੀ ਹੁੰਦੀ? ਇਹ 3 ਦਿਨ ਦੀ ਹੈ, ਸ਼ੁਰੂ ਤੋਂ ਜਦੋਂ ਤੋਂ ਕਰਦੇ ਆ ਰਹੇ 3 ਦਿਨ ਦੀ ਹੀ ਐਗਜ਼ੀਬਿਸ਼ਨ ਹੈ। ਓਕੇ। ਔਰ ਇਸ ਵਿੱਚ ਜਿਵੇਂ ਬਾਡੀ ਬਿਲਡਿੰਗ ਕੰਪੀਟੀਸ਼ਨ ਹਰ ਵਾਰ ਹੁੰਦਾ, ਇਸ ਵਾਰੀ ਵੀ ਬਾਡੀ ਬਿਲਡਿੰਗ ਕੰਪੀਟੀਸ਼ਨ ਇਹਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਕਰਾਇਆ ਜਾਵੇ। ਪਾਰਟਿਸਿਪੇਟ ਕਰ ਰਹੀਆਂ ਫਿਟਨੈਸ ਕੰਪਨੀਆਂ ਕੁਛ ਕਰ ਰਹੀਆਂ ਪਾਰਟਿਸਿਪੇਟ, ਲੇਕਿਨ ਮੇਜਰ ਜਿਹੜਾ ਇਹਦੇ ਵਿੱਚ ਫੋਕਸ ਹੈਗਾ ਬਾਡੀ ਬਿਲਡਿੰਗ ਕੰਪੀਟੀਸ਼ਨ ਹੀ ਹੈ। ਉਹ ਬਹੁਤ ਅੱਛੇ ਲੈਵਲ ਦਾ ਬਾਡੀ ਬਿਲਡਿੰਗ ਕੰਪੀਟੀਸ਼ਨ ਇਸ ਵਾਰੀ ਹੋ ਰਿਹਾ। ਠੀਕ ਹੈ ਜੀ। ਸੋ ਹੋਰ ਕੋਈ ਜਾਣਕਾਰੀ ਦੇਣਾ ਚਾਹੋਗੇ ਕਸਟਮਰਸ ਨੂੰ, ਵਿਜ਼ਟਰਸ ਨੂੰ ਜਾਂ ਜਿਹੜੇ ਡੀਲਰਸ ਆ ਰਹੇ ਆ? ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਵੱਧ ਚੜ੍ਹ ਕੇ ਇਸ ਐਗਜ਼ੀਬਿਸ਼ਨ ਦੇ ਵਿੱਚ ਹਿੱਸਾ ਲਓ ਔਰ ਜਿੰਨੇ ਵੀ ਬਾਹਰੋਂ ਡੀਲਰਸ ਆ ਰਹੇ ਨੇ ਉਹ ਕਿਤੇ ਨਾ ਕਿਤੇ ਡੀਲਰ ਜਿਹੜਾ ਆ ਰਿਹਾ ਉਹ ਇੰਡਸਟਰੀ ਦੇ ਵਾਧੇ ਲਈ ਹੀ ਆ ਰਿਹਾ ਹੈ। ਸੀਫੋਜ਼ ਦਾ ਹਮੇਸ਼ਾ ਹੀ ਇੱਕ ਮਕਸਦ ਰਿਹਾ ਹੈਗਾ ਕਿ ਠੀਕ ਹੈ ਚਾਹੇ ਸੀਫੋਜ਼ ਦਾ ਇੱਕ ਬਿਜ਼ਨਸ ਹੈਗਾ ਲੇਕਿਨ ਸੀਫੋਜ਼ ਹਮੇਸ਼ਾ ਇੰਡਸਟਰੀ ਲਈ ਕੰਮ ਕਰਦੀ ਰਹੀ ਹੈ, ਇੰਡਸਟਰੀ ਦੇ ਵਾਧੇ ਲਈ ਕੰਮ ਕਰਦੀ ਰਹੀ ਔਰ ਅਸੀਂ ਹਮੇਸ਼ਾ ਕਰਦੇ ਰਹਾਂਗੇ ਇਹ ਵਾਲਾ ਕੰਮ। ਥੈਂਕ ਯੂ ਸਰ। ਥੈਂਕ ਯੂ ਜੀ। ਸੋ ਦੋਸਤੋ ਇਹ ਸੀਗੇ ਸੁਰਿੰਦਰ ਸਿੰਘ ਬਰਾੜ ਜੀ। ਤੁਹਾਨੂੰ ਇੱਕ ਵਾਰੀ ਫੇਰ ਦਿਖਾ ਰਹੇ ਹਾਂ ਤਸਵੀਰਾਂ। ਟੈਂਟ ਲੱਗਣੇ ਸ਼ੁਰੂ ਹੋ ਚੁੱਕੇ ਹੈ। ਅਸੀਂ ਖੜੇ ਹਾਂ ਲੁਧਿਆਣਾ ਦੇ ਵਿੱਚ GCW ਦੇ ਗਰਾਊਂਡ 'ਚ, ਗਵਰਨਮੈਂਟ ਕਾਲਜ ਆਫ ਵੂਮੈਨਸ ਦੇ ਗਰਾਊਂਡ ਦੇ ਵਿੱਚ ਔਰ ਟੈਂਟ ਅੱਜ ਤੋਂ ਲੱਗਣਾ ਸ਼ੁਰੂ ਹੋ ਗਿਆ। 1 ਤਰੀਕ ਤੋਂ ਐਗਜ਼ੀਬਿਸ਼ਨ ਹੈ। ਸੋ ਅੱਜ ਹਜੇ ਅਸੀਂ ਜੇ ਗੱਲਬਾਤ ਕਰੀਏ ਤਾਂ ਅੱਜ 25 ਤਰੀਕ ਤੇ ਹੈਗੇ 5 ਦਿਨ ਟੈਂਟ ਲੱਗੇਗਾ। 5 ਦਿਨਾਂ ਤੋਂ ਬਾਅਦ 5 ਤੋਂ 6 ਦਿਨਾਂ ਦੇ ਵਿੱਚ ਟੈਂਟ ਲੱਗੇਗਾ।
ਔਰ ਉਸ ਤੋਂ ਬਾਅਦ ਇੱਥੇ ਵੱਡਾ ਇੱਕ ਵਾਰੀ ਫੇਰ ਇੰਟਰਨੈਸ਼ਨਲ ਐਗਜ਼ੀਬਿਸ਼ਨ ਲੱਗੇਗੀ ਸਾਈਕਲ ਐਂਡ ਫਿਟਨੈਸ ਨੂੰ ਲੈ ਕੇ, ਜਿਹਦੇ ਵਿੱਚ ਸਾਈਕਲ ਐਂਡ ਸਾਈਕਲ ਪਾਰਟਸ ਦੇ ਇੰਟਰਨੈਸ਼ਨਲ ਜਾਂ ਨੈਸ਼ਨਲ ਔਰ ਇਨੋਵੇਟਿਵ ਪ੍ਰੋਡਕਟਸ ਸਾਨੂੰ ਦੇਖਣ ਨੂੰ ਮਿਲਣਗੇ। ਉਹਨਾਂ ਦਾ ਮੇਲਾ ਲੱਗੇਗਾ, ਪ੍ਰਦਰਸ਼ਨੀ ਲੱਗੇਗੀ। ਸੋ ਅਸੀਂ ਵੀ ਜ਼ਰੂਰ ਆਵਾਂਗੇ ਤੇ ਤੁਹਾਨੂੰ ਵੀ ਉਮੀਦ ਕਰਦੇ ਹਾਂ ਤੁਸੀਂ ਵੀ ਜਿਹੜਾ ਇੱਕ ਵਾਰੀ ਆਓ, ਦੇਖੋ ਕੀ ਲੇਟੈਸਟ ਇੰਡਸਟਰੀ ਦੇ ਵਿੱਚ ਨਵੀਂ ਇਨੋਵੇਸ਼ਨਸ ਹੋ ਰਹੀਆਂ। ਸੋ ਇੱਦਾਂ ਹੀ ਹੋਰ ਵੀ ਇੰਡਸਟਰੀਅਲ ਮੁੱਦਿਆਂ ਨਾਲ ਤੁਹਾਨੂੰ ਸਮੇਂ-ਸਮੇं रूबरू कराते रहेंगे। देखते रहो, बने रहो जनहितैषी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।